पंजाब दा पहला फुली एक्टिव गोडे ते चूले बदलन वाला रोबोट हुण नागपाल हस्पताल विच हुण गोडे बदलवाओ 100% एक्यूरेसी नाल ते जियो दर्द रहित जिंदगी। मिति 5 फरवरी ਨੂੰ ਬਠਿੰਡਾ ਵਿਖੇ ਡਾਕਟਰ ਪਰਮਪ੍ਰੀਤ ਸਿੰਘ ਨਾਗਪਾਲ ਜੀ ਦੁਆਰਾ ਲਿਆਂਦੇ ਪੰਜਾਬ ਦੇ ਪਹਿਲੇ ਫੁੱਲੀ ਐਕਟਿਵ ਜੋੜ ਬਦਲਣ ਦੇ ਰੋਬੋਟ ਦਾ ਲਾਂਚ ਸਮਾਰੋਹ ਹੋਇਆ, ਜਿਸ ਵਿੱਚ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਨੇ ਮੁੱਖ ਮਹਿਮਾਨ ਵਜੋਂ ਸਮਾਰੋਹ ਦੀ ਸ਼ੁਰੂਆਤ ਕੀਤੀ। ਲਾਂਚ ਸਮਾਰੋਹ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਤੋਂ ਇਲਾਵਾ प्रोफेसर बलजिंदर कौर जी ਅਤੇ MLA जगरूप सिंह गिल जी भी मौजूद सन। ਇੱਥੇ ਪਹੁੰਚੇ ਹੈਗੇ ਹੋ ਥੋੜਾ ਜਿਹਾ ਇਸ ਇਵੈਂਟ ਬਾਰੇ ਤੁਹਾਨੂੰ ਦੱਸਣਾ ਚਾਹਾਂਗੇ। ਪੰਜਾਬ ਦਾ ਸਭ ਤੋਂ ਪਹਿਲਾ ਫੁੱਲੀ ਐਕਟਿਵ ਜੁਆਇੰਟ ਸਰਜਰੀ ਰੋਬੋਟ ਜਿਹੜਾ ਕਿ ਨੀ ਰਿਪਲੇਸਮੈਂਟ ਤੇ ਹਿਪ ਰਿਪਲੇਸਮੈਂਟ ਕਰੇਗਾ, ਉਹ ਆਪਾਂ ਬਠਿੰਡੇ ਦੇ ਵਿੱਚ ਲਾਂਚ ਕੀਤਾ ਹੈਗਾ ਜੀ। ਤੇ ਇਹਦੇ ਨਾਲ ਅਸੀਂ ਐਕਸਪੈਕਟ ਕਰਦੇ ਹਾਂ ਕਿ ਜਿਹੜੇ ਸਾਰੇ ਪੇਸ਼ੈਂਟਸ ਨੇ ਉਹਨਾਂ ਨੂੰ ਅਸੀਂ अर्ਲੀ ਰਿਕਵਰੀ ਤੇ ਪੇਨਲੈਸ ਸਰਜਰੀ ਤੇ ਅੱਛੇ ਰਿਜ਼ਲਟ ਦੇ ਪਾਈਏ। ਜਿਹੜੇ ਅਸੀਂ ਆਪਰੇਸ਼ਨ ਕਰ ਰਹੇ ਸੀ ਕਿ ਉਹ ਲੌਂਗਰ ਸਕਸੈਸ ਹੋ ਪਾਣਗੇ ਇਹਦੇ ਨਾਲ। ਇਸ ਰੋਬੋਟ ਦੀ ਜਰਨੀ ਸ਼ੁਰੂ ਤਾਂ 2011 ਤੋਂ ਹੋਈ ਹੈ, ਜਦੋਂ ਅਸੀਂ ਬਠਿੰਡੇ 'ਚ ਇੱਥੇ ਆ ਕੇ ਜੁਆਇਨ ਕੀਤਾ, ਜੁਆਇੰਟ ਰਿਪਲੇਸਮੈਂਟ ਸ਼ੁਰੂ ਕੀਤੀਆਂ। ਉਸ ਟਾਈਮ ਤੇ ਕੋਈ ਜੁਆਇੰਟ ਰਿਪਲੇਸਮੈਂਟਸ ਨਹੀਂ ਕਰ ਰਿਹਾ ਸੀਗਾ ਬਠਿੰਡੇ ਦੇ ਵਿੱਚ, ਤਾਂ ਸਾਰੇ ਇੰਟਰਨੈਸ਼ਨਲ ਰਿਨਾਊਂਡ ਇੰਸਟੀਚਿਊਟਸ ਦੇ ਵਿੱਚੋਂ ਜਿਵੇਂ ਕਿ US, ਜਰਮਨੀ, ਆਸਟ੍ਰੇਲੀਆ, ਸਾਰੇ ਬੈਲਜੀਅਮ, ਉੱਥੇ ਜਾ ਕੇ ਟ੍ਰੇਨਿੰਗ ਲੈ ਕੇ ਹੌਲੀ ਕਹਿ ਲਓ ਸਲੋਲੀ ਪ੍ਰੋਗਰੈਸ ਕਰਦੇ ਅਸੀਂ ਹੁਣ ਮੋਰ ਦੈਨ 4000 ਜੁਆਇੰਟ ਰਿਪਲੇਸਮੈਂਟਸ ਕਰ ਚੁੱਕੇ ਹਾਂ। ਤੇ ਸਿਰਫ ਇੱਕ ਇਹ ਮਨ ਦੇ ਵਿੱਚ ਸੀਗਾ ਕਿ ਕੋਈ ਨਾ ਕੋਈ ਐਰਰ ਨਾ ਹੋਏ, ਜਿਹੜੇ ਪੇਸ਼ੈਂਟਸ ਨੇ ਹਰ ਇੱਕ ਨੂੰ 100% ਐਕੂਰੇਸੀ ਮਿਲੇ, ਤੇ ਉਸੇ ਲਈ ਅਸੀਂ ਇਹ ਹੁਣ ਸਟੈਪ ਚੱਕਿਆ ਹੈਗਾ। ਫਾਦਰ ਸਾਹਿਬ ਹਮੇਸ਼ਾ ਬਠਿੰਡੇ ਨੂੰ ਨਵੀਆਂ ਚੀਜ਼ਾਂ ਦਿੰਦੇ ਰਹੇ ਨੇ, ਬਹੁਤ ਫਸਟ ਇਹਨਾਂ ਦੇ ਨਾਮ ਤੇ ਹੈਗੇ ਨੇ। ਇਹਨਾਂ ਦੇ ਆਸ਼ੀਰਵਾਦ ਨਾਲ ਹੀ ਅਸੀਂ ਹੁਣ ਜਿਹੜਾ ਰੋਬੋਟ ਲਾਂਚ ਕੀਤਾ ਹੈਗਾ ਜੀ। ਜਿਹੜੇ ਆਲਰੇਡੀ ਐਗਜ਼ਿਸਟਿੰਗ ਰੋਬੋਟਸ ਨੇ ਪੰਜਾਬ ਦੇ ਵਿੱਚ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਦੇ ਵਿੱਚ, ਉਹ ਹੈਗੇ ਨੇ ਸੈਮੀ ਐਕਟਿਵ ਰੋਬੋਟਸ। ਮਤਲਬ ਉਹਨਾਂ ਦੇ ਵਿੱਚ ਫਿਰ ਵੀ ਇੱਕ ਮੈਨੂਅਲ ਇੰਟਰਫੇਰੈਂਸ ਰਹਿ ਜਾਂਦੀ ਹੈ। ਉਹਦੇ ਵਿੱਚ ਰੋਬੋਟ ਨੂੰ ਪਕੜ ਕੇ ਫਾਈਨਲ ਜਿਹੜੇ ਹੱਡੀ ਆਪਾਂ ਛਿਲਦੇ ਹੈਗੇ ਆ, ਉਹ ਰੋਬੋਟ ਦੇ ਨਾਲ ਹੱਥ ਪਕੜ ਕੇ ਸਰਜਨ ਨੂੰ ਹੀ ਕਰਾਉਣਾ ਪੈਂਦਾ ਹੈ। ਦਿਸ ਇਜ਼ ਦਾ ਓਨਲੀ ਰੋਬੋਟ ਜਿਹੜਾ ਇੰਡੀਆ ਦੇ ਵਿੱਚ ਅਵੇਲੇਬਲ ਹੈ ਵਿਚ ਇਜ਼ ਫੁੱਲੀ ਐਕਟਿਵ। ਆਟੋਮੈਟਿਕ ਅਸੀਂ ਨਹੀਂ ਕਰਾਂਗੇ ਬਿਕੋਜ਼ ਸਾਰਾ ਕੁਝ ਅਸੀਂ ਉਹਨੂੰ ਗਾਈਡ ਕਰ ਰਹੇ ਹਾਂ ਕਰਨ ਲਈ। ਤਾਂ ਇਟ ਇਜ਼ ਦਾ ਓਨਲੀ ਵਨ ਫੁੱਲੀ ਐਕਟਿਵ, ਜਿਹੜਾ ਕਿ ਫਾਈਨਲ ਪਲੈਨਿੰਗ ਹੋਣ ਤੋਂ ਬਾਅਦ ਜਦੋਂ ਅਸੀਂ ਉਹਨੂੰ ਨੀ ਨਾਲ ਕਨੈਕਟ ਕਰ ਦਿੰਦੇ ਹਾਂ ਤਾਂ ਜਿਹੜੀ ਸਾਰੀ ਬੋਨ ਰਿਮੂਵ ਹੋਣੀ ਹੈ, ਉਹਨੂੰ 1 ਸਬ ਮਿਲੀਮੀਟਰ 1 mm ਤੋਂ ਵੀ ਘੱਟ ਵਾਲੀ ਜਿਹੜੀ ਪ੍ਰੈਸੀਜਨ ਦੇ ਨਾਲ ਉਹ ਸਾਰੀ ਬੋਨ ਰਿਮੂਵ ਕਰਦਾ ਹੈਗਾ। ਇਸੇ ਦੇ ਨਾਲ ਹੀ ਐਕੂਰੇਸੀ ਹਾਈ ਹੁੰਦੀ ਹੈਗੀ ਹੈ। ਤੇ ਜਦੋਂ ਅਸੀਂ ਫਾਈਨਲ ਜੁਆਇੰਟ ਇੰਪਲਾਂਟ ਕਰਦੇ ਹਾਂ, ਇੱਕ ਤਾਂ ਪੇਸ਼ੈਂਟ ਨੂੰ ਨੈਚੁਰਲ ਫੀਲਿੰਗ ਆਉਂਦੀ ਹੈਗੀ ਹੈ, ਤੇ ਜਿਹੜਾ ਗੋਡਾ ਅਸੀਂ ਪਾ ਰਹੇ ਹਾਂ ਹੋਰ ਲੰਬਾ ਚੱਲਦਾ ਹੈਗਾ। ਤੇ ਰੋਬੋਟਿਕ ਸਰਜਰੀ ਦਾ ਇੱਕ ਇਹ ਵੀ ਐਡਵਾਂਟੇਜ ਹੈ ਕਿ ਇਹਦੇ ਵਿੱਚ ਸਾਨੂੰ ਜਿਹੜੀ ਆਸ-ਪਾਸ ਸੌਫਟ ਟਿਸ਼ੂਜ਼ ਨੇ, ਜਿਹੜਾ ਮਾਸ ਹੈ, ਉਹਨੂੰ ਬਹੁਤ ਜ਼ਿਆਦਾ ਖਿੱਚ-ਧੂ ਨਹੀਂ ਕਰਨੀ ਪੈਂਦੀ, ਨੈਗੇਟਿਵ ਪੋਜੀਸ਼ਨ ਦੇ ਵਿੱਚ ਸਾਰਾ ਹੋ ਜਾਂਦਾ ਹੈ। ਇਸੇ ਕਰਕੇ ਪੇਸ਼ੈਂਟ ਬਾਅਦ ਦੇ ਵਿੱਚ ਵੀ ਜ਼ਿਆਦਾ ਕੰਫਰਟੇਬਲ, ਪੇਨ ਫਰੀ ਫੀਲ ਕਰਦਾ ਹੈਗਾ ਅਤੇ ਉਹਦੀ ਰਿਕਵਰੀ ਹੋਰ ਜ਼ਿਆਦਾ ਫਾਸਟ ਹੁੰਦੀ ਹੈ। ਵੈਸੇ ਤਾਂ ਸਾਰਾ ਦੱਸ ਦਿੱਤਾ, ਜਰਨੀ 12 ਸਾਲ ਦੀ ਜਰਨੀ ਹੈ। ਜਦੋਂ ਇਹਨੇ ਕੀਤਾ ਆਰਥੋਪੈਡਿਕਸ ਕਰਕੇ, MCH ਵਗੈਰਾ ਸਭ ਕੁਝ ਕਰਕੇ, ਆਪਣੀਆਂ ਡਿਗਰੀਆਂ ਪੂਰੀਆਂ ਹਾਸਲ ਕਰਕੇ ਫਿਰ ਜੁਆਇਨ ਕਰਵਾਇਆ। ਤਾਂ ਇਹਨੇ ਬਿਲਕੁਲ ਇਹੀ ਕਿਹਾ ਕਿ ਮੈਂ ਜੁਆਇੰਟ ਰਿਪਲੇਸਮੈਂਟ 'ਚ ਜਾਣਾ ਹੈ, ਟਰੋਮਾ ਜੇ ਆਏਗਾ ਤਾਂ ਕਰਾਂਗੇ। तो जॉइंट रिप्लेसमेंट मैं एक लाइन एंड के उत्ते इन्हां च ऐड ये करांगा कि जेड़ा जॉइंट मैं एग्जाम्पल दे रहा भी जेड़ा जॉइंट 25 साल चलना सीगा, अलाइनमेंट अपने हुण टायरां च अपनी कारां दे विच अलाइनमेंट खराब हो जाए तो अद्धा टायर घस जाता तो सानूं बदलना पैंदा। उस सेम फंडा इहदे ते है कि जे साडी अलाइनमेंट वधिया होएगी तां फिर पेशेंट नूं पेन भी जिहड़ी सर्जरी तो बाद घट होएगी। तो सिमिलरली जिहड़ा फर्दर जिहड़ा कल्ला पेन नहीं, वो जिहड़ा जॉइंट सी 25 साल वाला हो सकता 35 साल चले। मतलब कि लाइफ ऑफ जॉइंट इनक्रीजेज। तुसी सोचो भी अल्टीमेटली जे पेशेंट ने कुछ खर्चा ज़्यादा किया है लेकिन वो जॉइंट की लाइफ भी तो 10 साल होर एक्सटेंड होगी अप्रॉक्सीमेटली। आप चीफ गेस्ट डॉक्टर बलजीत कौर साडे नाल आ चुके ने। थोड़ा जिहा मैं रोबोट बारे थोड़ा ब्रीफ कर देना जी तुहानूं सारिਆਂ ਨੂੰ, ਬਾਅਦ 'ਚ ਫਿਰ ਤੁਹਾਡੇ ਕੁਐਸਚਨਸ ਵੀ ਲਵਾਂਗੇ ਅਸੀਂ। ਜਿਹੜਾ ਰੋਬੋਟ ਹੈ ਇਹ ਪੰਜਾਬ ਦਾ ਫਸਟ ਫੁੱਲੀ ਐਕਟਿਵ ਜੁਆਇੰਟ ਸਰਜਰੀ ਰੋਬੋਟ ਫॉर ਨੀ ਐਂਡ ਹਿਪ ਰਿਪਲੇਸਮੈਂਟ ਅਸੀਂ ਲੈ ਕੇ ਆਏ ਹਾਂ ਨਾਗਪੁਰ ਸਪੈਸ਼ਲਿਟੀ ਹਸਪੀਟਲ ਮਾਲ ਰੋਡ ਬਠਿੰਡਾ ਤੇ। ਜਰਨੀ ਹੈਜ਼ ਬੀਨ ਲਾਸਟ 10-12 ਸਾਲ ਤੋਂ ਜਿਹੜਾ ਅਸੀਂ ਜੁਆਇੰਟ ਰਿਪਲੇਸਮੈਂਟਸ ਆਲਰੇਡੀ ਕਰ ਰਹੇ ਸੀਗੇ। ਆਲਵੇਜ਼ ਵਾਂਟਡ ਕਿ ਆਪਾਂ ਪੇਸ਼ੈਂਟਸ ਨੂੰ ਹੋਰ ਕੁਛ ਨਾ ਕੁਛ ਬੈਟਰ ਦਿੰਦੇ ਰਹੀਏ, ਰਿਜ਼ਲਟਸ ਇੰਪਰੂਵ ਕਰਦੇ ਰਹੀਏ। ਜਿਹੜਾ ਇੱਕ ਨੋਰਮਲ ਟੈਕਨੀਕ ਨਾਲ ਅਸੀਂ ਗੋਡਾ ਆਪਰੇਟ ਕਰਦੇ ਹਾਂ ਦੈਟ ਇਜ਼ ਅਰਾਊਂਡ 75 to 80% ਐਕੂਰੇਟ। ਇੱਕ ਐਰਰ ਦਾ ਕਹਿ ਲਓ ਸਾਡੇ ਕੋਲ ਇੱਕ 3 ਡਿਗਰੀ ਐਰਰ ਦਾ ਸਿਰਫ ਸਕੋਪ ਹੁੰਦਾ ਹੈ। ਜਿਸ ਤੋਂ ਜ਼ਿਆਦਾ ਜੇ ਐਰਰ ਹੋ ਜਾਂਦਾ ਹੈ ਤਾਂ ਇੱਕ ਗੋਡਾ ਜਿਹੜਾ ਨਾਰਮਲੀ 20 ਸਾਲ 25 ਸਾਲ ਲਾਸਟ ਕਰਨਾ ਚਾਹੀਦਾ ਹੈ ਦੈਟ ਵਿਲ ਫੇਲ ਇਨ 5 to 6 years ਜੇ ਆਪਾਂ ਉਹ ਐਰਰ ਕਰਦੇ ਹਾਂ। ਤਾਂ ਪਹਿਲੇ 75 to 80% ਨੂੰ ਐਕੂਰੇਸੀ ਉਹ ਮਿਲ ਰਹੀ ਸੀਗੀ ਜਦੋਂ ਨਾਰਮਲ ਟੈਕਨੀਕ ਸੀ। 2017 'ਚ ਅਸੀਂ ਕੰਪਿਊਟਰ ਨੈਵੀਗੇਸ਼ਨ ਲਾਂਚ ਕੀਤੀ ਜਿਹਦੇ ਨਾਲ ਅਸੀਂ ਇਸੇ ਐਕੂਰੇਸੀ ਨੂੰ
ਅਪ ਟੂ 95% ਲੈ ਗਏ ਸੀਗੇ। ਮੋਰ ਦੈਨ 1500 ਅਸੀਂ ਸਰਜਰੀਜ਼ ਆਲਰੇਡੀ ਕੰਪਿਊਟਰ ਨੈਵੀਗੇਸ਼ਨ ਨਾਲ ਵੀ ਇਸ ਏਰੀਆ 'ਚ ਕਰ ਚੁੱਕੇ ਹੈਗੇ ਆ। ਐਂਡ ਨਾਓ ਵੀ ਵਾਂਟਡ ਕਿ ਉਹੀ ਐਕਿਊਰੇਸੀ ਨੂੰ ਅਸੀਂ ਨੀਅਰ 100% ਕਿਵੇਂ ਲੈ ਕੇ ਚਾਹੀਏ, ਬਿਕੋਜ਼ ਅਸੀਂ ਨਹੀਂ ਚਾਹੁੰਦੇ ਕਿ ਉਹ ਜਿਹੜੇ 100 ਚੋਂ 5 ਮਰੀਜ਼ ਨੇ ਜਿਨ੍ਹਾਂ ਲਈ ਉਹੀ 100% ਹੋ ਜਾਣਾ ਹੈ, ਉਹ ਐਰਰ ਕਿਸੇ ਨੂੰ ਹੋਰ ਮਿਲੇ। ਚਾਹੇ ਉਹ ਇੱਕ ਮਾਈਨਰ ਐਰਰ ਹੈ, ਬਟ ਸਟਿਲ ਆਪਾਂ ਚਾਹੁੰਦੇ ਹਾਂ ਕਿ ਜਿੰਨਾ ਸਾਡਾ ਇੱਕ ਐਜ਼ ਅ ਡਾਕਟਰ ਫੀਲ ਹੁੰਦੀ ਹੈ ਕਿ ਅਸੀਂ ਜਿੰਨਾ ਬੈਸਟ ਕਰ ਸਕੀਏ, ਐਰਰ ਫ੍ਰੀ ਅਸੀਂ ਰਿਜ਼ਲਟ ਦੇ ਸਕੀਏ। ਹੁਣ ਇਸ ਰੋਬੋਟ ਬਾਰੇ ਦੱਸਦੇ ਹਾਂ। ਇਹਦੇ ਵਿੱਚ ਇੱਕ ਤਾਂ ਬਹੁਤ ਹੀ ਸਿੰਪਲ ਯੂਜ਼ ਹੈਗਾ, ਇਟ ਇਜ਼ ਵੈਰੀ ਸਿੰਪਲ ਕਿ ਇਹਦਾ ਪਹਿਲੇ ਸੀਟੀ ਸਕੈਨ ਹੋ ਜਾਂਦਾ ਹੈ। ਹਰ ਪੇਸ਼ੈਂਟ, ਤੁਹਾਡੀ ਹਾਈਟ ਵੱਧ ਹੈ, ਛੋਟੀ ਹੈ, ਤਾਂ ਐਵਰੀ ਪੇਸ਼ੈਂਟ ਹੈਜ਼ ਅ ਡਿਫਰੈਂਟ ਜੁਆਇੰਟ। ਤਾਂ ਉਹਦੇ ਵਿੱਚ ਇਸ ਰੋਬੋਟ ਦੇ ਵਿੱਚ ਕੀ ਖਾਸੀਅਤ ਹੈ ਕਿ ਹਰ ਪੇਸ਼ੈਂਟ ਲਈ ਅਸੀਂ ਪ੍ਰੀ ਪਲੈਨਿੰਗ ਕਰ ਰਹੇ ਹਾਂ, ਵਿਚ ਇਜ਼ ਕਸਟਮਾਈਜ਼ਡ ਟੂ ਦਾ ਪੇਸ਼ੈਂਟ। ਠੀਕ ਹੈ ਜੀ, ਕਸਟਮਾਈਜ਼ਡ ਪਲੈਨਿੰਗ, ਪ੍ਰੀ ਪਲੈਨਿੰਗ ਹੋਗੀ। ਐਵਰੀਬਡੀ ਬਿਫੋਰ ਗੋਇੰਗ ਫॉर ਸਰਜਰੀ ਅਸੀਂ ਕੰਪਿਊਟਰ ਤੇ ਉਹਨਾਂ ਦਾ ਇੱਕ ਸਰਜਰੀ ਕਰਕੇ ਵਰਚੁਅਲ ਸਰਜਰੀ ਹੋ ਜਾਂਦੀ ਹੈ। ਉਹਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਕਿ ਕਿਹੜੇ ਪਾਸਿਓਂ ਹੱਡੀ ਦਾ ਕਿੰਨਾ ਕੁ ਪਾਰਟ ਅਸੀਂ ਬੋਨ ਦਾ ਕਿੰਨੇ ਐਮਐਮ ਰਿਮੂਵ ਕਰਨਾ ਹੈ, ਕਿਹੜਾ ਇੰਪਲਾਂਟ ਉਹਦੇ ਵਿੱਚ ਫਿੱਟ ਹੋਣਾ ਹੈ, ਸਾਨੂੰ ਪ੍ਰੀ ਹੈਂਡ ਪਤਾ ਹੁੰਦਾ ਹੈ। ਐਂਡ ਦੈਨ ਦਾ ਰੋਬੋਟ ਇਜ਼ ਵੈਰੀ ਫਲੈਕਸੀਬਲ ਆਲਸੋ। ਜਦੋਂ ਅਸੀਂ ਆਪਰੇਟ ਸ਼ੁਰੂ ਕਰਦੇ ਹਾਂ ਤਾਂ ਫਲੈਕਸੀਬਿਲਿਟੀ ਆਫਰਡ ਇਜ਼ ਕਿ ਅਸੀਂ ਇੰਟਰੋਪ ਕੁਛ ਨਾ ਕੁਛ ਪਲਾਨ ਚੇਂਜ ਕਰ ਸਕਦੇ ਹਾਂ, ਕਿਵੇਂ ਅਸੀਂ ਗੈਪਸ ਨੂੰ ਬੈਲੈਂਸ ਕਰਨਾ ਹੈ ਉਹ ਅਸੀਂ ਕਰ ਸਕਦੇ ਹਾਂ। ਐਂਡ ਐਟ ਐਨੀ ਟਾਈਮ ਵੀ ਕੈਨ ਮੇਕ ਇਟ ਸਟਾਪ ਆਲਸੋ। ਤਾਂ ਇਹ ਨਹੀਂ ਹੈਗਾ ਕਿ ਰੋਬੋਟ ਹੈ ਤਾਂ ਕਈ ਵਾਰ ਕੋਈ ਮਨ ਦੇ ਵਿੱਚ ਸ਼ੰਕਾ ਹੁੰਦੀ ਹੈ ਕਿ ਸੇਫ ਕਿੰਨਾ ਹੈ। ਇਟ ਇਜ਼ ਫੁੱਲੀ ਸੇਫ ਆਲਸੋ, ਦੈਟ ਇਜ਼ ਇਟ ਇਜ਼ ਰਿਲਾਇਬਲ ਐਂਡ ਸੇਫ। ਐਂਡ ਫਾਈਨਲ ਆਰਡਰ ਜਦੋਂ ਅਸੀਂ ਇਹਨੂੰ ਦਿੰਦੇ ਹਾਂ ਕਿ ਜਦੋਂ ਸਾਡੀ ਪਲੈਨਿੰਗ ਕੰਪਲੀਟ ਹੋ ਚੁੱਕੀ ਹੈ ਐਂਡ ਵਾਂਸ ਵੀ ਕਨੈਕਟ ਦਾ ਰੋਬੋਟ ਟੂ ਦਾ ਜੁਆਇੰਟ, ਇਟ ਵਿਲ ਟੇਕ ਆਫ ਦਾ ਜਿਹੜੀ ਓਨਲੀ ਦਾ ਅਨਹੈਲਦੀ ਬੋਨ, ਹੈਲਦੀ ਬੋਨ ਪਿੱਛੇ ਰਹਿ ਜਾਂਦੀ ਹੈ। ਬਲੱਡ ਲਾਸ ਬਿਲਕੁਲ ਮਿਨੀਮਲ ਹੋ ਰਿਹਾ ਤੇ ਕਈ ਵਾਰ ਕਲੌਟਸ ਬਣਨ ਦਾ ਜਿਹੜਾ ਰਿਸਕ ਹੈ ਦੈਟ ਇਜ਼ ਆਲਸੋ ਗੋਇੰਗ ਡਾਊਨ। ਆਸ-ਪਾਸ ਜਿਹੜੇ ਸਾਰੇ ਸੌਫਟ ਟਿਸ਼ੂਜ਼ ਨੇ, ਜਿਹੜਾ ਆਪਾਂ ਕਹਿੰਦੇ ਹਾਂ ਮਾਸ ਹੈ, ਉਹਨਾਂ ਨੂੰ ਵੀ ਇਹਦੇ ਵਿੱਚ ਛੇੜਛਾੜ ਨਹੀਂ ਹੋ ਰਹੀ ਹੈ। ਇਸ ਕਰਕੇ ਪੇਨਲੈਸ ਹੈਗੀ ਹੈ ਤੇ ਰਿਕਵਰੀ ਫਾਸਟ ਹੈਗੀ ਹੈ। ਐਂਡ ਦਾ ਰਿਜ਼ਲਟਸ ਵਿਚ ਵੀ ਐਕਸਪੈਕਟ ਆਰ ਮੋਰ ਨੈਚੁਰਲ ਐਂਡ ਲੌਂਗ ਟਰਮ ਰਿਜ਼ਲਟਸ ਆਉਣਗੇ ਇਹਦੇ ਵਿੱਚ। ਡਾਕਟਰ ਦੇ ਪ੍ਰਾਈਸ ਕੀ ਰੱਖਿਆ ਜੀ? ਇਨੀਸ਼ੀਅਲੀ ਅਸੀਂ ਇੱਕ ਵਾਰੀ ਕੈਂਪ ਵੀ ਰੱਖਿਆ ਹੈ ਵਿਚ ਇਜ਼ ਸਟਾਰਟਿੰਗ ਟੁਮਾਰੋ। ਮੈਮ ਨੇ ਸਾਨੂੰ ਕਿਹਾ ਸੀਗਾ ਕਿ ਜੀ ਸੋਸ਼ਲ ਸਰਵਿਸ ਵੀ ਨਾਲ ਕਰਨੀ ਹੈ। ਤਾਂ ਜਿਹੜੀ ਪ੍ਰਾਈਸ ਆਪਾਂ ਕਹੀਏ ਵੱਡੇ ਸ਼ਹਿਰਾਂ 'ਚ ਦਿੱਲੀ 'ਚ 7 ਲੱਖ ਹੈਗੀ ਹੈ ਦੋਨੋਂ ਗੋਡਿਆਂ ਦੀ, ਜਲੰਧਰ ਤੱਕ ਆਈਏ ਤਾਂ 4.5 ਲੱਖ ਹੈਗੀ ਹੈ, ਅੰਮ੍ਰਿਤਸਰ ਵੀ 5 ਲੱਖ ਹੈਗੀ ਹੈ। ਵੀ ਆਰ ਸਟਾਰਟਿੰਗ ਐਟ ਅ ਮਿਨੀਮਲ ਆਫ 3,35,000 ਫॉर ਬੋਥ ਜੁਆਇੰਟਸ ਵਿਦ ਇੰਪੋਰਟਡ ਜੁਆਇੰਟਸ, ਜਿਹਦੇ ਵਿੱਚ ਕਿ ਸਟੇ ਦਾ ਤੇ ਦਵਾਈਆਂ ਦਾ, ਟੈਸਟ ਦਾ ਸਾਰਾ ਕੁਝ ਅਸੀਂ ਇਹਦੇ ਵਿੱਚ ਹੀ ਇਨਕਲੂਸਿਵ ਕੀਤਾ ਹੈਗਾ ਫॉर ਫਸਟ 1.5 month ਅਪ ਟਿਲ 15th of March। ਸਰ ਕੋਈ ਪ੍ਰੋਗਰਾਮ ਨੂੰ ਟ੍ਰੀਟ ਕਰਦੇ ਹੋ ਕਿ ਆਪਰੇਟ ਤੁਸੀਂ ਜਾਂ ਕੋਈ? ਸਰ ਦੇਖਿਆ ਜਾਏ ਤਾਂ ਮੇਰਾ ਰੋਲ ਅੱਗੇ ਨਾਲੋਂ ਵੱਧ ਗਿਆ। ਹਰ ਪੇਸ਼ੈਂਟ ਲਈ ਮੈਂ ਇੱਕ ਪਹਿਲੇ ਪ੍ਰੀ ਪਲੈਨਿੰਗ ਕਰਦਾ ਬੈਠ ਕੇ। ਪਹਿਲੇ ਉਹਨਾਂ ਦਾ ਸੀਟੀ ਸਕੈਨ ਹੁੰਦਾ, ਉਹਦਾ ਸੀਟੀ ਇਮੇजेस ਅਸੀਂ ਕੰਪਿਊਟਰ 'ਚੋਂ ਪਾਉਂਦੇ ਹਾਂ। ਹਰ ਇੱਕ ਦਾ, ਜਿਵੇਂ ਚੂਲੇ ਦਾ ਸੈਂਟਰ, ਗੋਡੇ ਦਾ ਸੈਂਟਰ, ਵੀ ਮਾਰਕ ਅਰਾਊਂਡ 20 ਪੁਆਇੰਟਸ ਬਿਫੋਰ ਸਰਜਰੀ, ਸਾਰੇ ਪੁਆਇੰਟਸ ਮਾਰਕ ਕਰਦੇ ਹਾਂ। ਸੇਮ ਇੰਟਰਾ ਆਪਰੇਸ਼ਨ ਵੇਲੇ ਵੀ ਅਸੀਂ ਪੁਆਇੰਟਸ ਦੀ ਮਾਰਕਿੰਗ ਕਰਦੇ ਹਾਂ, ਬਿਕੋਜ਼ ਅਸੀਂ ਜਦੋਂ ਮਾਰਕਿੰਗ ਕਰਦੇ ਹਾਂ ਤਾਂ ਉੱਥੇ ਆਲਰੇਡੀ ਇੱਕ ਕੰਪਿਊਟਰ 'ਚ ਇਮੇਜ ਪਹਿਲੇ ਦੀ ਅਸੀਂ ਬਣਾਈ ਹੋਈ ਹੈ, ਉਹਨੂੰ ਅਸੀਂ ਇੱਕ ਪੁਖਤਾ ਦੁਬਾਰਾ ਰੀਚੈਕ ਕਰ ਰਹੇ ਹਾਂ। ਤਾਂ ਐਵਰੀ ਟਾਈਮ ਇਟ ਇਜ਼ ਕੰਟੀਨਿਊਸ ਰੀਚੈਕਿੰਗ ਚੱਲ ਰਹੀ ਹੈ। ਇੱਕ ਕਨਸਟੈਂਟ ਉੱਥੇ OTS ਹੈਗਾ, ਜਿਹੜਾ ਸੈਂਸਰ ਹੈਗਾ, ਜਿਹਦੇ ਨਾਲ ਕਿ ਆਪਾਂ ਜਿਹੜੀ ਪੂਰੀ ਬੋਨ ਦੀ ਮੂਵਮੈਂਟ ਵੀ ਚੈੱਕ ਕਰ ਰਹੇ ਹਾਂ ਤੇ ਰੀਅਲ ਟਾਈਮ ਚੈੱਕ ਆਪਣਾ ਚੱਲ ਰਿਹਾ ਹੈਗਾ। ਐਂਡ ਐਰਰ ਨੂੰ ਰੋਕਣ ਲਈ ਇੱਕ ਮੋਨੀਟਰ ਹੈਗਾ ਜਿਹੜਾ ਮੋਸ਼ਨ ਸੈਂਸਰ ਹੈਗਾ। ਜੇ ਆਪਣਾ ਥੋੜਾ ਜਿਹਾ ਵੀ ਰੋਬੋਟ ਜਾਂ ਕੋਈ ਪੇਸ਼ੈਂਟ ਦਾ ਲੈਗ ਮੂਵ ਕਰਦੀ ਹੈ ਤਾਂ ਰੋਬੋਟ ਸਟਾਪਸ, ਗੋਜ਼ ਬੈਕ, ਚੈੱਕ ਪੋਜੀਸ਼ਨ ਕਰਕੇ ਵਾਪਸ ਆ ਕੇ ਆਪਰੇਟ ਕਰਦਾ। ਤਾਂ ਸਕਸੈਸਫੁਲੀ ਰੇਟ ਕੀਤਾ ਸਕਸੈਸਫੁਲ ਸ਼ੁੱਡ ਬੀ 99.9%। ਦੇਖੋ 100% ਹੈਲਥ ਲਾਈਨ 'ਚ ਆਪਾਂ ਨਹੀਂ ਕਹਿ ਸਕਦੇ, ਬਟ ਦਾ ਐਗਜ਼ੀਕਿਊਸ਼ਨ ਵਿਲ ਬੀ 99.9% ਦੇਅਰ। ਐਂਡ ਉਸ ਤੋਂ ਬਾਅਦ ਰਿਜ਼ਲਟਸ ਵੀ ਆਪਾਂ ਨੂੰ ਇੰਨੇ ਹੀ ਮਿਲਣੇ ਚਾਹੀਦੇ ਹੈ। ਇੱਕ ਹੋਰ ਜਿਹੜਾ ਆਪਣਾ ਕਹਿ ਲਓ ਨਾ, ਅਸੀਂ ਕਹਿੰਦੇ ਇਨਫੈਕਸ਼ਨ ਨਾਰਮਲੀ ਸਾਡੇ ਹੱਥ 'ਚ ਨਹੀਂ ਹੁੰਦੀ, ਬਟ ਬਿਕੋਜ਼ ਰੋਬੋਟ ਦੇ ਨਾਲ ਜਦੋਂ ਸਰਜਰੀ ਹੋਏਗੀ ਵੈਰੀ ਮਿਨੀਮਲ, ਬਹੁਤ 4 ਜਾਂ 5 ਇੰਸਟਰੂਮੈਂਟਸ ਹੀ ਨੇ ਜਿਹੜੇ ਆਪਰੇਟਿਵ ਫੀਲਡ ਦੇ ਵਿੱਚ ਜਾਣਗੇ। ਤਾਂ ਜਿੰਨੇ ਘੱਟ ਇੰਸਟਰੂਮੈਂਟਸ ਅੰਦਰ ਜਾਣਗੇ ਉਹਨਾਂ ਜ਼ਿਆਦਾ ਚਾਂਸਸ ਹੈ ਜੀ ਕਿ ਇਨਫੈਕਸ਼ਨ ਆਪਣੀ ਘੱਟ ਹੋਏਗੀ। ਤਾਂ ਦੈਟ ਇਜ਼ ਵਨ ਚੀਜ਼ ਜਿਹੜੀ ਹਜੇ ਤੱਕ ਆਪਾਂ ਨਹੀਂ ਕੈਪਚਰ ਕਰ ਪਾਏ। ਤਾਂ ਇਹਦੇ ਨਾਲ ਮੈਨੂੰ ਉਮੀਦ ਹੈ ਉਸ 'ਚ ਵੀ ਇਨਫੈਕਸ਼ਨ ਰੇਟ ਦੇ ਵਿੱਚ ਵੀ ਕਮੀ ਆਏਗੀ। It's like an automatic car, but driver still has the hold and required. ਉਸ ਇੱਕ ਤਰ੍ਹਾਂ ਦੀ ਇਟ ਇਜ਼ ਐਨ ਐਕਸਟੈਂਸ਼ਨ ਆਫ ਦਾ ਆਰਮ, ਕਿ ਜਿਹੜਾ ਕਈ ਵਾਰ ਨਾ ਹੋਇਆ ਨਾ ਹੱਥ ਦੇ ਵਿੱਚ ਉਹਨਾਂ ਕੀ ਕੰਟਰੋਲ ਹੈ ਕਿ ਆਪਾਂ 1-2 mm ਤੱਕ ਤਾਂ ਪਰਫੈਕਟ ਕਰ ਸਕਦੇ ਹਾਂ। ਦਿਸ ਵਿਲ ਗਿਵ ਅ ਐਕਿਊਰੇਸੀ ਆਫ ਅ ਸਬ ਮਿਲੀਮੀਟਰ ਲੈਵਲ, ਮਤਲਬ 1 mm ਤੋਂ ਘੱਟ ਤੱਕ ਦੀ ਇਹਦੀ ਪ੍ਰੈਸੀਜਨ ਦੇਗਾ ਜੀ। ਸਰ ਆਪਾਂ ਪਿੰਡੂ ਦੀ ਗੱਲ ਕਰੀਏ, ਜੇ ਪਿੰਡਾਂ ਤੋਂ ਲੋਕ ਆਉਂਦੇ ਜੀ ਜਦੋਂ ਤੁਸੀਂ ਰੋਬੋਟ ਲਈ ਗੱਲ ਕਰੋਗੇ ਜੀ। ਸੋਚਦੇ ਯਾਰ ਬੰਦਾ ਕਰੇ ਤਾਂ ਠੀਕ ਹੈ, ਕਿਸ ਤਰ੍ਹਾਂ? ਬਿਲਕੁਲ ਜੀ, ਇਹ ਸਾਨੂੰ ਡੇਲੀ ਕੁਐਸਚਨ ਸੁਣਨ ਨੂੰ ਮਿਲਦੇ ਨੇ। ਬਟ ਹੁਣ ਆਪਾਂ ਨਾ ਕਈ ਵਾਰ ਪਿੰਡੂਆਂ ਨੂੰ ਬੈਕਵਰਡ ਸਮਝਦੇ ਨੇ, ਇਹ ਗਲਤ ਗੱਲ ਸਮਝਦੇ ਆ। ਮੈਂ ਕੱਲ ਪਰਸੋਂ ਹੀ ਲੈ ਕੇ ਆਇਆ, ਮੈਂਬਰ ਸੀ 75 ਸਾਲ ਦੇ ਸੀਗੇ। ਹੀ ਸੈਡ ਕਿ ਜੀ ਜਿਹੜਾ ਸਭ ਤੋਂ ਐਕਿਊਰੇਟ ਹੈਗਾ ਤੇ ਜਿਹੜਾ ਸਭ ਤੋਂ ਸਿਰੇ ਵਾਲੀ ਚੀਜ਼ ਹੈ ਉਹੀ ਮੇਰੇ ਲਈ ਕਰੋ। ਐਵਰੀਬਡੀ ਇਜ਼ ਬਿਲੀਵਿੰਗ ਟੈਕਨੋਲੋਜੀ। ਪ੍ਰੋਬਲਮ ਕੀ ਹੈ ਕਿ ਇਸ ਚੀਜ਼ ਨੂੰ 2 ਫੈਕਟਰਸ ਕਰਕੇ ਡਾਕਟਰਸ ਹਜੇ ਨਹੀਂ ਅਡੈਪਟ ਕਰ ਪਾ ਰਹੇ। ਵਨ, ਦਾ ਪ੍ਰਾਈਸ ਆਫ ਦਾ ਮਸ਼ੀਨ ਇਜ਼ ਵੈਰੀ ਹਾਈ। ਜੋ ਅਸੀਂ ਏਮ ਨਹੀਂ ਕਰ ਰਹੇ ਕਿ ਅਸੀਂ ਪੇਸ਼ੈਂਟ ਤੋਂ ਲੈਣੀ ਹੈ, ਉਹ ਅਸੀਂ ਇੱਕ ਲਈ ਹੈ ਬਿਕੋਜ਼ ਅਸੀਂ ਸ਼ੁਰੂ ਤੋਂ
ਸਾਡਾ ਏਮ ਰਿਹਾ ਕਿ ਅਸੀਂ ਇਸ ਏਰੀਆ ਦੀ ਸੇਵਾ ਕਰਨੀ ਹੈ। ਅਸੀਂ ਬਾਹਰ ਵੀ ਜਾ ਸਕਦੇ ਸੀ ਬਟ ਵੀ ਕੇਮ ਬੈਕ ਬਿਕੋਜ਼ ਇਸ ਏਰੀਆ ਨੇ ਸਾਨੂੰ ਇੰਨਾ ਦਿੱਤਾ ਹੈਗਾ, ਅਸੀਂ ਵਾਪਸ ਦੇਣਾ ਚਾਹੁੰਦੇ ਹਾਂ। ਦੂਸਰਾ ਪ੍ਰਾਈਸ ਤੋਂ ਬਾਅਦ ਹੈ ਕਿ ਇਟ ਇਜ਼ ਅ ਲਰਨਿੰਗ ਕਰਵ। ਜਿਵੇਂ ਮੈਂ ਪਿਛਲੇ 1.5 ਸਾਲ ਤੋਂ ਇਹਦੀ ਟ੍ਰੇਨਿੰਗ ਕਰ ਰਿਹਾ ਹੈਗਾ, ਉਸ ਤੋਂ ਬਾਅਦ ਲਰਨਿੰਗ ਕਰਵ ਇੰਨਾ ਹੈ ਕਿ ਕੋਈ ਇੱਕ ਸਰਜਨ ਹੈ, ਜਿਵੇਂ ਮੈਂ ਵੀ 10 ਸਾਲ ਤੋਂ ਕੰਮ ਕਰ ਰਿਹਾ, ਮੈਨੂੰ ਕੰਮ ਹੈਗਾ, ਮੈਨੂੰ ਵਧੀਆ ਆ ਗਿਆ ਜਿਹੜਾ ਮੈਂ ਕਰ ਰਿਹਾ, ਬਟ ਕੋਈ ਨਵੀਂ ਚੀਜ਼ ਨੂੰ ਆਪਾਂ ਅਡੈਪਟ ਕਰਨਾ ਨਾ ਤਾਂ ਤੁਹਾਨੂੰ ਸਿੱਖਣਾ ਪੈਂਦਾ, ਇੱਕ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਜਾਣਾ ਪੈਂਦਾ। ਤਾਂ ਨੋਬਡੀ ਵਾਂਟਸ ਟੂ ਗੋ ਆਊਟ ਆਫ ਦਾ ਕੰਫਰਟ ਜ਼ੋਨ ਕਿ ਕੋਈ ਨਹੀਂ 95% ਐਕੂਰੇਸੀ ਬਹੁਤ ਹੁੰਦੀ ਹੈ, ਬਟ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਪੇਸ਼ੈਂਟਸ ਨੂੰ ਜਿੰਨਾ ਬੈਸਟ ਤੋਂ ਬੈਸਟ ਸਰਵਿਸਿਜ਼ ਹੈ ਉਹ ਦੇ ਸਕੀਏ, ਤੇ ਇਸੇ ਕਰਕੇ ਅਸੀਂ ਇੱਕ ਸਟੈਪ ਲਿਆ ਹੈਗਾ ਜੀ। ਅੱਜ ਦੇ ਇਸ ਓਕੇਜ਼ਨ ਤੇ ਸਭ ਤੋਂ ਪਹਿਲਾਂ ਤਾਂ ਮੈਂ ਨਾਗਪਾਲ ਮਲਟੀ ਸਪੈਸ਼ਲਿਟੀ ਹਸਪੀਟਲ ਨੂੰ ਆਪਣੇ ਵੱਲੋਂ ਮੁਬਾਰਕਬਾਦ ਦਵਾਂਗੀ, ਕਿਉਂਕਿ ਸਭ ਤੋਂ ਪਹਿਲਾਂ ਤਾਂ ਇੱਕ ਅਚੀਵਮੈਂਟ ਹੈ, ਆਪਣੇ ਆਪ ਵਿੱਚ ਇੱਕ ਅਚੀਵਮੈਂਟ ਹੈ ਕਿ ਕੋਈ ਨਵਾਂ ਪ੍ਰੋਸੀਜਰ ਅਡਾਪਟ ਕਰਨਾ ਔਰ ਉਸ ਨੂੰ ਲੋਕਾਂ ਤੱਕ ਸਕਸੈਸਫੁਲੀ ਪਹੁੰਚਾਉਣਾ ਇੱਕ ਚੈਲੰਜ ਵੀ ਹੈ। ਸੋ ਪਹਿਲਾ ਸਿਹਰਾ ਤਾਂ ਡਾਕਟਰ ਸਾਹਿਬ ਨੂੰ ਜਾਂਦਾ ਹੈ ਕਿ ਉਹਨਾਂ ਨੇ ਇੱਕ ਵੱਡਾ ਚੈਲੰਜ ਕਬੂਲ ਕੀਤਾ ਔਰ ਮੈਨੂੰ ਪੂਰਾ ਯਕੀਨ ਵੀ ਹੈ ਕਿ ਉਹ ਬਹੁਤ ਸਕਸੈਸਫੁਲ ਹੋਣਗੇ ਉਸ ਦੇ ਵਿੱਚ, ਤੇ ਇਸ ਦੇ ਨਾਲ ਸਿਰਫ ਬਠਿੰਡਾ ਨੂੰ ਹੀ ਨਹੀਂ ਸਾਡੇ ਪੂਰੇ ਮਾਲਵਾ ਜ਼ੋਨ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਣ ਵਾਲਾ ਹੈ। ਇਸ ਤੋਂ ਬਾਅਦ ਜੋ ਪੰਜਾਬ ਸਰਕਾਰ ਦਾ ਮੇਨ ਉਦੇਸ਼ ਸੀਗਾ, ਜਿਸ ਟੀਚੇ ਨੂੰ ਅਸੀਂ ਲੈ ਕੇ ਚੱਲੇ ਸੀ ਕਿ ਅਸੀਂ ਸਿਹਤ ਤੇ ਸਿੱਖਿਆ ਨੂੰ ਪਹਿਲ ਦੇਵਾਂਗੇ, ਔਰ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਇਹ ਮੂਵਮੈਂਟ ਸ਼ੁਰੂ ਹੋਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੇ ਨਾਲ, ਉਹਦੇ ਵਿੱਚ ਜਿਹੜੇ ਡਾਕਟਰਸ ਇਨਵੋਲਵ ਹੋ ਰਹੇ ਨੇ, ਚਾਹੇ ਉਹ ਪ੍ਰਾਈਵੇਟ ਸੈਕਟਰ 'ਚ ਨੇ, ਗਵਰਨਮੈਂਟ ਸੈਕਟਰ 'ਚ ਨੇ, ਲੋਕਾਂ ਦੇ ਹੈਲਥ ਨੂੰ, ਲੋਕਾਂ ਦੇ ਜੀਵਨ ਪੱਧਰ ਨੂੰ ਉੱਪਰ ਚੱਕਣ ਲਈ ਜਿਹੜੇ ਵੀ ਡਾਕਟਰਸ ਅੱਗੇ ਆ ਰਹੇ ਨੇ, ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਇਤਿਹਾਸ ਰਚਿਆ ਜਾਏਗਾ। ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਡਾਕਟਰਸ ਨੂੰ ਪੰਜਾਬ ਸਰਕਾਰ ਵੱਲੋਂ ਵੀ ਕੋਈ ਇਸ ਤਰ੍ਹਾਂ ਅਟੈਚ ਕਰੀਏ ਕਿ ਜਿਹੜੇ ਲੋਕ ਪੈਸਾ ਨਹੀਂ ਦੇ ਸਕਦੇ, ਗਵਰਨਮੈਂਟ ਕੁਛ ਉਸ ਦੀ ਹੈਲਪ ਕਰੇ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੁਛ ਨਵਾਂ ਇਸ ਤਰ੍ਹਾਂ ਦਾ ਲੈ ਕੇ ਆਉਣ ਦੇ ਚਾਹਵਾਨ ਜ਼ਰੂਰ ਹਾਂ। ਡਾਕਟਰ ਪਰਮਪ੍ਰੀਤ ਸਿੰਘ ਨਾਗਪਾਲ ਜੋ ਕਿ ਪੰਜਾਬ ਸਰਕਾਰ ਦੁਆਰਾ ਸਨਮਾਨਿਤ ਡਾਕਟਰ ਵੀ ਨੇ, ਦੱਸਿਆ ਕਿ ਕਿਵੇਂ ਰੋਬੋਟਿਕ ਤਕਨੀਕ ਜੋੜ ਬਦਲਣ ਦੀਆਂ ਸਰਜਰੀਆਂ ਵਿੱਚ ਲਾਭਦਾਇਕ ਸਾਬਿਤ ਹੋਏਗੀ ਤੇ ਮੁਸ਼ਕਿਲਾਂ ਘੱਟ ਕਰਕੇ ਅਸੀਂ ਵਧੀਆ ਨਤੀਜੇ ਲੈ ਸਕਦੇ ਹਾਂ। ਸਾਲ 2011 ਵਿੱਚ ਜਦੋਂ ਉਹਨਾਂ ਨੇ ਹਸਪਤਾਲ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ ਤਾਂ ਦੇਖਿਆ ਕਿ ਕਿੰਨੇ ਹੀ ਲੋਕ ਗੋਡੇ ਅਤੇ ਚੂਲੇ ਦੇ ਦਰਦ ਤੋਂ ਪਰੇਸ਼ਾਨ ਨੇ। ਉਹਨਾਂ ਦਾ ਟੀਚਾ ਹਮੇਸ਼ਾ ਇਹੀ ਰਿਹਾ ਕਿ ਦੁਨੀਆ ਵਿੱਚ ਜੋ ਵੀ ਆਧੁਨਿਕ ਤਕਨੀਕ ਉਪਲਬਧ ਨੇ ਉਸ ਦਾ ਲਾਹਾ ਬਠਿੰਡਾ ਤੇ ਪੰਜਾਬ ਦੇ ਲੋਕ ਵੀ ਲੈ ਸਕਣ। ਉਹਨਾਂ ਦੀ ਇਸੇ ਸੋਚ ਸਦਕਾ ਅੱਜ ਉਹ ਪੰਜਾਬ ਦੇ ਆਧੁਨਿਕ ਰੋਬੋਟਿਕ ਤਕਨੀਕ ਦੇ ਰਹੇ ਹਨ। ਰੋਬੋਟ ਰਾਹੀਂ ਕੀਤੇ ਆਪਰੇਸ਼ਨ ਘੱਟ ਦਰਦ, ਛੋਟੇ ਚੀਰੇ ਤੇ ਘੱਟ ਖੂਨ ਵਹਾਓ ਅਤੇ ਜਲਦੀ ਰਿਕਵਰੀ ਵਾਲੇ ਹੋਣਗੇ, ਜਿਸ ਵਿੱਚ ਮਰੀਜ਼ ਨੂੰ ਜਲਦੀ ਚੱਲਣ ਫਿਰਨ ਵਿੱਚ ਮਦਦ ਮਿਲੇਗੀ ਤੇ ਅੱਗੇ ਵੀ ਘੱਟ ਦਿੱਕਤ ਆਏਗੀ। ਡਾਕਟਰ TS ਨਾਗਪਾਲ ਜੀ ਨੇ ਆਪਣੇ ਵਿਚਾਰ ਪੇਸ਼ ਕੀਤੇ ਕਿ ਨਾਗਪਾਲ ਹਸਪਤਾਲ ਹਮੇਸ਼ਾ ਆਧੁਨਿਕ ਤਕਨੀਕ ਦਿੰਦਾ ਆਇਆ ਹੈ ਤੇ ਸਮੇਂ-ਸਮੇਂ ਤੇ ਕੈਂਪ ਲਗਾ ਕੇ ਆਰਥਿਕ ਤੌਰ ਤੇ ਵੀ ਮਰੀਜ਼ਾਂ ਲਈ ਲਾਭਦਾਇਕ ਸਾਬਿਤ ਹੋਇਆ ਹੈ। ਨਾਗਪਾਲ ਹਸਪਤਾਲ ਇੱਕ NABH ਮਾਨਤਾ ਵਾਲਾ ਹਸਪਤਾਲ ਹੈ ਜੋ ਕਿ ਵਧੀਆ ਸਹੂਲਤਾਂ ਦੇਣ ਲਈ ਵਚਨਬੱਧ ਹੈ। ਹਸਪਤਾਲ ਹਰ ਪ੍ਰਕਾਰ ਦੀਆਂ ਸਰਕਾਰੀ ਸਹੂਲਤਾਂ ਤੇ ਪ੍ਰਾਈਵੇਟ ਇੰਸ਼ੋਰੈਂਸ ਕੰਪਨੀਆਂ ਨਾਲ ਵੀ ਜੁੜਿਆ ਹੋਇਆ ਹੈ। ਡਾਕਟਰ GS ਨਾਗਪਾਲ ਜੀ ਨੇ ਸਮਾਰੋਹ ਦਾ ਅੰਤ ਕਰਦੇ ਕਿਹਾ ਕਿ ਨਾਗਪਾਲ ਹਸਪਤਾਲ ਹਮੇਸ਼ਾ ਮਰੀਜ਼ਾਂ ਦੇ ਵਿਸ਼ਵ ਪੱਧਰੀ ਇਲਾਜ ਲਈ ਵਚਨਬੱਧ ਰਹੇਗਾ। ਇਸ ਤੋਂ ਇਲਾਵਾ ਕਈ ਮੁੱਖ ਮਹਿਮਾਨ ਤੇ 500 ਤੋਂ ਵੀ ਜ਼ਿਆਦਾ ਲੋਕ ਇਸ ਅਮੁੱਲੇ ਦਿਨ ਦਾ ਹਿੱਸਾ ਬਣੇ। ਭੰਗੜੇ ਦੇ ਨਾਲ ਇਸ ਸਮਾਰੋਹ ਦੀ ਸ਼ੁਰੂਆਤ ਹੋਈ। ਹੁਣ ਤੁਹਾਨੂੰ ਡਾਕਟਰ PS ਨਾਗਪਾਲ ਦੇ ਇਸ ਖੇਤਰ ਵਿੱਚ ਪਾਏ ਗਏ ਯੋਗਦਾਨ ਬਾਰੇ ਦੱਸਦੇ ਹਾਂ। 2011 ਵਿੱਚ ਡਾਕਟਰ PS ਨਾਗਪਾਲ ਨੇ ਪੂਰੀ ਦੁਨੀਆ ਦੇ ਚੋਟੀ ਦੇ ਹਸਪਤਾਲਾਂ ਵਿੱਚ ਚੂਲੇ ਅਤੇ ਗੋਡੇ ਬਦਲਣ ਦੀ ਸਿਖਲਾਈ ਲਈ ਅਤੇ ਕੰਪਿਊਟਰ ਨੈਵੀਗੇਸ਼ਨ ਨਾਲ ਗੋਡੇ ਦੇ ਆਪਰੇਸ਼ਨ ਵਿੱਚ ਮਹਾਰਤ ਹਾਸਲ ਕੀਤੀ। ਦੁਨੀਆ ਭਰ ਦੇ ਕਈ ਚੋਟੀ ਦੇ ਕਲੀਨਿਕ ਅਤੇ ਹਸਪਤਾਲ ਜਿਵੇਂ ਕਿ ਇੰਡੋ ਕਲੀਨਿਕ ਹੈਮਬਰਗ ਜਰਮਨੀ, ਰੈਕਟਰੀਏਸ਼ਨ ਹਸਪਤਾਲ, ਐਸ਼ਫੋਰਡ ਹਸਪਤਾਲ ਅਤੇ ਫਲਿੰਡਰਸ ਯੂਨੀਵਰਸਿਟੀ ਐਡੀਲੇਡ ਆਸਟ੍ਰੇਲੀਆ
ਆਸਕੀਲੀਪੀਓਸ ਕਲੀਨਿਕ ਜਰਮਨੀ, ZNA ਹਸਪਤਾਲ ਬੈਲਜੀਅਮ, ਜਿਮਰ ਫੈਲੋਸ਼ਿਪ ਅਮਰੀਕਾ, ਸੇਬਿਸਟੀਅਨ ਮੈਡੀਕਲ ਸੈਂਟਰ ਫਲੋਰੀਡਾ ਅਮਰੀਕਾ, ਲਕੈਸਟਰ ਜਨਰਲ ਹਸਪਤਾਲ ਫਿਲਾਡੈਲਫੀਆ ਅਮਰੀਕਾ ਵਿੱਚ ਹਰ ਆਧੁਨਿਕ ਤਕਨੀਕ ਦੀ ਟ੍ਰੇਨਿੰਗ ਹਾਸਲ ਕੀਤੀ। ਡਾਕਟਰ PS ਨਾਗਪਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਦਾ ਹਿੱਸਾ ਬਣੇ ਰਹੇ ਹਨ। ਉਹਨਾਂ ਚੂਲੇ ਅਤੇ ਗੋਡਿਆਂ ਦੇ ਖੇਤਰ ਵਿੱਚ ਨੌਜਵਾਨ ਸਰਜਨਾਂ ਨੂੰ ਸਿਖਲਾਈ ਦੇਣ ਲਈ ਉਸਦੇ ਸਿਖਲਾਈ ਪ੍ਰੋਗਰਾਮ ਕੀਤੇ। ਡਾਕਟਰ PS ਨਾਗਪਾਲ ਦਾ ਆਪਣੇ ਹਸਪਤਾਲ ਅਤੇ ਬਠਿੰਡਾ ਸ਼ਹਿਰ ਲਈ ਬਹੁਤ ਵਧੀਆ ਦ੍ਰਿਸ਼ਟੀਕੋਣ ਹੈ। ਅਗਲੇ 5 ਸਾਲਾਂ ਵਿੱਚ ਉਹ ਕੈਨੇਡਾ ਅਤੇ UK ਵਰਗੇ ਦੇਸ਼ਾਂ 'ਚ ਹੈਲਥ ਟੂਰਿਜ਼ਮ ਨੂੰ ਉਤਸ਼ਾਹਿਤ ਕਰਕੇ ਬਠਿੰਡਾ ਨੂੰ ਦੁਨੀਆ ਦੇ ਨਕਸ਼ੇ ਤੇ ਲਿਆਉਣਾ ਚਾਹੁੰਦੇ ਨੇ। ਨਾਗਪਾਲ ਹਸਪਤਾਲ ਬਹੁਤ ਘੱਟ ਕੀਮਤ ਤੇ ਵਿਸ਼ਵ ਪੱਧਰੀ ਸਹੂਲਤਾਂ ਅਤੇ ਸਹੀ ਕੀਮਤਾਂ ਪ੍ਰਦਾਨ ਕਰਨ ਲਈ ਵਚਨਬੱਧ ਰਹੇਗਾ, ਜੋ ਮੁੰਬਈ ਅਤੇ ਦਿੱਲੀ ਵਰਗੇ ਵੱਡੇ ਸ਼ਹਿਰਾਂ ਦੇ ਲੋਕਾਂ ਨੂੰ ਜੁਆਇੰਟ ਰਿਪਲੇਸਮੈਂਟ ਸਰਜਰੀਆਂ ਦੇ ਲਈ ਆਕਰਸ਼ਿਤ ਕਰੇਗਾ। ਉਹ ਡਾਕਟਰਾਂ ਦੀ ਟੀਮ ਬਣਾਉਣਾ ਚਾਹੁੰਦੇ ਨੇ ਜਿਹੜੀ ਸੈਟੇਲਾਈਟ ਸੈਂਟਰਾਂ ਦਾ ਨਿਰਮਾਣ ਕਰੇਗੀ, ਜੋ ਵਧੇਰੇ ਮਰੀਜ਼ਾਂ ਦੀ ਮਦਦ ਕਰੇਗੀ। ਉਹ ਹਸਪਤਾਲ ਵਿੱਚ ਜਲਦੀ ਤੋਂ ਜਲਦੀ ਹਰ ਨਵੀਂ ਤਕਨੀਕ ਲਿਆਉਣਾ ਚਾਹੁੰਦੇ ਨੇ ਤਾਂ ਕਿ ਮਰੀਜ਼ਾਂ ਨੂੰ ਇਸ ਦਾ ਲਾਹਾ ਮਿਲ ਸਕੇ। ਪੰਜਾਬ ਦਾ ਪਹਿਲਾ ਫੁੱਲੀ ਐਕਟਿਵ ਗੋਡੇ ਤੇ ਚੂਲੇ ਬਦਲਣ ਵਾਲਾ ਰੋਬੋਟ ਹੁਣ ਨਾਗਪਾਲ ਹਸਪਤਾਲ ਵਿੱਚ। ਹੁਣ ਗੋਡੇ ਬਦਲਵਾਓ 100% ਐਕਿਊਰੇਸੀ ਨਾਲ